गुरु की हजूरी विखे पहुँचे हैं बहुत ही सत्कारयोग ਗਿਆਨੀ ਰਾਜਪਾਲ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਕਥਾਵਾਚਕ ਸਿੰਘ। ਉਹਨਾਂ ਨੂੰ ਅਸੀਂ ਜੀ ਆਇਆ ਆਖਦੇ ਹਾਂ, ਉਹ ਗੁਰਮਤਿ ਵਿਚਾਰਾਂ ਦੀ ਸਾਂਝ ਆਪ ਨਾਲ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਡੰਡਾਉਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ, ਬੜ ਯੋਧਾ ਬਹੁ ਪਰ ਉਪਕਾਰੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਬੇਸੁਮਾਰ ਅਥਾਹ ਅਗਨਤ ਤੁਲੈ, ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕੀ ਪਰਮ ਪ੍ਰੀਤਵਾਨ, ਗੁਰੂ ਖਾਲਸਾ ਸਾਧ ਸੰਗਤ ਜੀਓ। ਬਹੁਤ ਵੱਡਿਆਂ ਭਾਗਾਂ ਦਾ ਸਦਕਾ, ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ, ਲੋਕ ਪਰਲੋਕ ਦੇ ਰੱਖਿਅਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਅਕਾਲ ਪੁਰਖ ਵਾਹਿਗੁਰੂ ਨੇ ਰਹਿਮਤ ਕੀਤੀ ਹੈ, ਜਿੱਥੇ ਇਹ ਸੋਹਣਾ ਸੁੰਦਰ ਮਨੁੱਖਾ ਜਨਮ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ, ਉੱਥੇ ਨਾਲ ਹੀ ਗੁਰੂ ਦੀ ਕਿਰਪਾ ਦੁਆਰਾ ਗੁਰਸਿੱਖਾਂ ਦੇ ਘਰ ਦੇ ਵਿੱਚ ਜਨਮ ਮਿਲਿਆ। ਇਹ ਦੂਜੇ ਪ੍ਰਕਾਰ ਦੀ ਕਿਰਪਾ ਹੈ। ਔਰ ਇਸੇ ਤਰ੍ਹਾਂ ਤੀਜੀ ਕਿਰਪਾ ਕਿ ਸਾਨੂੰ ਗੁਰੂ ਚਰਨਾਂ ਵਿੱਚ ਸਤਸੰਗ ਵਿੱਚ ਜੁੜ ਬੈਠਣ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ। ਅੱਜ ਜਿੱਥੇ ਜੇਠ ਮਹੀਨੇ ਦੀ ਸਮਾਪਤੀ ਹੋ ਕੇ ਹਾੜ੍ਹ ਮਹੀਨੇ ਦੀ ਆਰੰਭਤਾ ਹੋਈ ਹੈ, ਹਾੜ੍ਹ ਦੀ ਸੰਗਰਾਂਦ ਦਾ ਦਿਨ ਹੈ, ਉੱਥੇ ਨਾਲ ਨਾਲ ਮੀਰੀ ਪੀਰੀ ਦੇ ਮਾਲਕ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਆਗਮਨ ਦਿਹਾੜਾ, ਪ੍ਰਕਾਸ਼ ਪੁਰਬ ਜਾਂ ਅਵਤਾਰ ਦਿਹਾੜਾ ਵੀ ਹੈ। ਮਾਤਾ ਪਿਤਾ ਤੋਂ ਆਪਾਂ ਸਾਰੀ ਦੁਨੀਆ ਜਨਮ ਲੈਂਦੇ ਹਾਂ, ਪਰ ਸਾਡੇ ਜਨਮ ਦਿਨ ਨੂੰ ਕਦੇ ਅਵਤਾਰ ਦਿਨ ਜਾਂ ਅਵਤਾਰ ਦਿਹਾੜਾ ਨਹੀਂ ਕਿਹਾ ਜਾਂਦਾ। ਇਹ ਰਾਖਵਾਂ ਸ਼ਬਦ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵੱਲੋਂ ਜੋ ਵੱਖ-ਵੱਖ ਸਰੂਪ ਧਾਰਨ ਕੀਤੇ ਜਾਂਦੇ ਆ, ਜਾਂ ਅੱਗੇ ਦੇਵੀ ਦੇਵਤਿਆਂ ਦੀਆਂ ਜਿਨ੍ਹਾਂ ਦੀਆਂ ਡਿਊਟੀਆਂ ਸੰਸਾਰ ਨੂੰ ਤਾਰਨ ਹਿਤ ਲਾਈਆਂ ਜਾਂਦੀਆਂ, ਉਹਨਾਂ ਵਾਸਤੇ ਇਹ ਰਿਜ਼ਰਵ ਹੈ। ਇਹ ਜਿਹੜਾ ਵਰਡ ਅਵਤਾਰ ਪੁਰਬ, ਦੁਨੀਆ ਦੇ ਲੋਕਾਂ ਦੇ ਜਨਮ ਦਿਨ ਹੁੰਦੇ, ਭਾਵੇਂ ਕਿ ਸਾਡੇ ਤਰ੍ਹਾਂ ਮਾਤਾ ਪਿਤਾ ਦੀ ਕੁੱਖ ਤੋਂ ਉਹ ਅਵਤਾਰ ਵੀ ਆਉਂਦੇ,
ਪਰ ਉਹਨਾਂ ਵਾਸਤੇ ਇਹ ਅਵਤਾਰ ਦਿਹਾੜਾ, ਸਾਡੇ ਵਾਸਤੇ ਜਨਮ ਦਿਨ। ਕਿਉਂਕਿ ਜਿਹੜਾ ਜੰਮਿਆ ਹੈ ਇੱਕ ਨਾ ਇੱਕ ਦਿਨ ਉਹਨੇ ਮਰਨਾ ਵੀ ਹੈ। ਸਤਿਗੁਰੂ ਕੀ ਬਾਣੀ ਦਾ ਫਰਮਾਨ ਹੈ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਅੱਜ ਜਾਂ ਕੱਲ੍ਹ ਭਲਕ ਦਾ ਸਮਾਂ ਪਾ ਕੇ ਜਿਹੜਾ ਪੈਦਾ ਹੋਇਆ ਉਹਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ। ਜਿਸ ਦਾ ਜਨਮ ਹੋਇਆ ਉਹਦੀ ਇੱਕ ਨਾ ਇੱਕ ਦਿਨ ਮੌਤ ਹੋਣੀ ਹੈ। ਪਰ ਅਵਤਾਰ ਕਿਉਂ ਆਉਂਦੇ? ਸਾਰੀ ਦੁਨੀਆ ਕਰਮਾਂ ਦੀ ਬੱਧੀ ਹੋਈ ਭੋਗ ਜੂਨਾਂ ਵਿੱਚ ਆਉਂਦੀ ਹੈ। ਵਾਹਿਗੁਰੂ ਦੇ ਹੁਕਮ ਦੇ ਮੁਤਾਬਕ ਜਿਸ ਪ੍ਰਕਾਰ ਦੇ ਜੀਵ ਕਰਮ ਕਰਦਾ ਹੈ, ਉਹਨਾਂ ਕਰਮਾਂ ਨੂੰ ਵਾਹਿਗੁਰੂ ਪਰਮੇਸ਼ਰ ਫਲ ਪ੍ਰਦਾਤਾ ਜਿਹੜਾ ਅਗਾਂਹ ਸਾਡੀ ਪ੍ਰਾਲਬਧ ਬਣਾਉਂਦਾ, ਅਤੇ ਉਸ ਪ੍ਰਾਲਬਧ ਦੇ ਉਸ ਕਿਸਮਤ ਦੇ ਮੁਤਾਬਕ ਅਸੀਂ ਵੱਖ-ਵੱਖ ਜਗ੍ਹਾ ਦੇ ਉੱਤੇ ਜਾ ਕੇ ਜਨਮ ਲੈਂਦੇ ਹਾਂ, ਵੱਖ-ਵੱਖ ਜੂਨੀਆਂ ਵਿੱਚ ਵੀ ਲੈਂਦੇ ਹਾਂ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ। ਪਸ਼ੂ ਪੰਛੀਆਂ ਦੀਆਂ, ਜਾਨਵਰਾਂ ਦੀਆਂ, ਬਿਰਖਾਂ ਦੀਆਂ, ਦਰਖਤਾਂ ਦੀਆਂ ਵੀ ਜੂਨਾਂ ਹੀ ਆ ਨਾ, ਪਹਾੜਾਂ ਦੀਆਂ, ਪੱਥਰਾਂ ਦੀਆਂ ਵੀ ਜੂਨਾਂ ਹੈ। 84 ਲੱਖ ਜੂਨ ਦਾ ਇਹ ਜਿਹੜਾ ਚੱਕਰ ਹੈ ਹਮੇਸ਼ਾ ਚੱਲਦਾ ਹੀ ਰਹਿੰਦਾ ਹੈ। ਜਿੰਨੀ ਦੇਰ ਤੱਕ ਸਾਡੀ ਆਤਮਾ ਆਪਣੇ ਪਰਮ ਸਰੂਪ ਪਰਮਾਤਮਾ ਦੇ ਨਾਲ ਇੱਕਮਿਕ ਨਹੀਂ ਹੁੰਦੀ, ਉਨੀ ਦੇਰ ਤੱਕ ਇਹ ਜਨਮ ਮਰਨ ਦਾ ਚੱਕਰ ਹਮੇਸ਼ਾ ਚੱਲਦਾ। ਪਰ ਅਵਤਾਰ ਜਿਹੜੇ ਹੈ ਅਸੀਂ ਕਰਮ ਭੋਗਣ ਵਾਸਤੇ ਆਉਂਦੇ ਆ। ਅਵਤਾਰਾਂ ਦੇ ਆਉਣ ਦਾ ਜਿਹੜਾ ਕਾਰਨ ਹੈ, ਅਵਤਾ ਰਖਤੀ ਅਵਤਾਰਾ, ਅਵਤਾ ਨਾਮ ਹੈ ਵਿਪਤਾ ਦਾ। ਆ ਸਾਡੇ ਵਰਗਿਆਂ ਨੂੰ ਵਿਪਤਾਵਾਂ ਦੇ ਵਿੱਚੋਂ ਬਚਾਉਣ ਵਾਸਤੇ, ਵਿਘਨਾਂ ਦੇ ਵਿੱਚੋਂ ਬਾਹਰ ਕੱਢਣ ਵਾਸਤੇ, ਸਾਡੀ ਰੱਖਿਆ ਦੇ ਵਾਸਤੇ ਅਵਤਾਰ ਆਉਂਦੇ ਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅੱਜ ਅਵਤਾਰ ਦਿਹਾੜਾ ਹੈ, ਪ੍ਰਕਾਸ਼ ਪੁਰਬ ਹੈ, ਆਗਮਨ ਪੁਰਬ ਹੈ। ਸਮੂਹ ਸੰਗਤਾਂ ਨੂੰ ਮੀਰੀ ਪੀਰੀ ਦੇ ਮਾਲਕ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ, ਭਗਤੀ ਅਤੇ ਸ਼ਕਤੀ ਦੇ ਮਾਲਕ ਸੰਗਤਾਂ ਨੂੰ ਪ੍ਰੇਮਾ ਭਗਤੀ ਦੇ ਨਾਲ ਸਿਦਕ ਦੀ ਸਿੱਖੀ ਦ੍ਰਿੜ ਕਰਾਉਣ ਵਾਲੇ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਜੋ ਉਪਦੇਸ਼ ਉਹਨਾਂ ਨੇ ਗੁਰੂ ਕੀਆਂ ਸੰਗਤਾਂ ਤਾਂ ਹੀ ਬਖਸ਼ਿਸ਼ ਕੀਤਾ ਹੈ, ਉਸ ਉਪਦੇਸ਼ ਦੇ ਅਸੀਂ ਧਾਰਨੀ ਹੋ ਸਕੀਏ। ਆਪਣੇ ਦਰੋਂ ਘਰੋਂ ਸਤਿਗੁਰੂ ਪਾਤਸ਼ਾਹ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰ, ਸਭ ਨੂੰ ਖੁਸ਼ੀਆਂ ਬਖਸ਼ਿਸ਼ ਕਰਨ। ਜਿਹੜੀਆਂ ਵੀ ਭਾਵਨਾਵਾਂ ਅਰਦਾਸਾਂ ਲੈ ਕੇ ਆਪ ਜੀ ਆਏ ਹੋ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਭ ਦੀਆਂ ਮਨੋਕਾਮਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨ। ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਹੈ। ਸਤਿਗੁਰੂ ਸਾਹਿਬ ਜੀ ਦਾ ਆਗਮਨ ਕਿਵੇਂ ਹੋਇਆ? ਇਤਿਹਾਸ ਦੇ ਵਿੱਚ, ਸਿੱਖ ਇਤਿਹਾਸ ਦੇ ਗ੍ਰੰਥਾਂ ਦੇ ਵਿੱਚ ਜ਼ਿਕਰ ਹੈ। ਸਾਡੀ ਇਹ ਤਵਾਰੀਖ ਕਹਿੰਦੀ ਆ ਕਿ ਜਿਸ ਵੇਲੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ, ਵੱਡੇ ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਤੋਂ ਛੋਟੇ ਗਬਲੇ ਬਾਬਾ ਮਹਾਦੇਵ ਜੀ, ਅਤੇ ਸਭ ਤੋਂ ਛੋਟੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ। ਵੱਡੇ ਪੁੱਤਰ ਸਤਿਗੁਰੂ ਸਾਹਿਬ ਜੀ ਦੀ ਪਰਖ ਦੇ ਵਿੱਚ, ਉਹਨਾਂ ਦੀ ਆਗਿਆ ਦੇ ਵਿੱਚ ਪੂਰੇ ਨਾ ਉਤਰ ਸਕੇ, ਜਿਸ ਕਰਕੇ ਗੁਰਤਾ ਗੱਦੀ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀ। ਗੁਰੂ ਨਾਨਕ ਦੇਵ ਜੀ ਦੀ ਜੋਤ ਦਾ ਪੰਜਵਾਂ ਸਰੂਪ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸੇ ਵਿਚਾਰਧਾਰਾ ਨੂੰ ਅਗਾਂਹ ਪ੍ਰਚਾਰਨ ਵਾਲੇ ਸਤਿਗੁਰੂ ਸਾਹਿਬ ਜੀ ਦੇ ਉੱਤਰਾਧਿਕਾਰੀ ਬਣੇ। ਪਰ ਕਿਉਂਕਿ ਬਾਬਾ ਪ੍ਰਿਥੀ ਚੰਦ ਜੀ ਦੁਨਿਆਵੀ ਵਿਵਹਾਰਕ ਲਾਈਨ ਦੇ ਵਿੱਚ ਬਹੁਤੇ ਪਰਚੇ ਹੋਏ ਸਨ, ਮਾਇਆ ਦੇ ਬੜੇ ਲੋਭੀ ਸਨ, ਜਿਸ ਕਾਰਨ ਪਹਿਲਾਂ ਸਤਿਗੁਰੂ ਸਾਹਿਬ ਜੀ ਦੀ ਆਗਿਆ ਦਾ ਵੀ ਪਾਲਣ ਨਾ ਕਰ ਸਕੇ। ਜਿਸ ਵੇਲੇ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਉੱਤੇ ਵਿਰਾਜਮਾਨ ਕਰ ਦਿੱਤਾ ਗਿਆ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਮਾ ਗਏ, ਤਾਂ ਬਾਬਾ ਪ੍ਰਿਥੀ ਚੰਦ ਜੀ ਵਿਰੋਧੀ ਤਾਂ ਪਹਿਲਾਂ ਹੀ ਸਨ। ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੜਾ ਡਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਹ ਵਿਰੋਧ ਦੇ ਚਲਦਿਆਂ ਚਲਦਿਆਂ
ਸਾਧ ਸੰਗਤ ਜੀ ਗੱਲ ਇੱਥੋਂ ਤੱਕ ਆ ਗਈ ਕਿ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੀਸ ਦੇ ਉੱਤੇ ਬੰਨੀ ਹੋਈ ਗੁਰਤਾ ਗੱਦੀ ਵਾਲੀ ਜਿਹੜੀ ਦਸਤਾਰ ਹੈ ਉਹ ਵੀ ਬਾਬਾ ਪਿਰਥੀ ਚੰਦ ਜੀ ਨੇ ਜ਼ਬਰਦਸਤੀ ਲਾਹੀ। ਸਿੱਖ ਸੰਗਤਾਂ ਬੜੀ ਦੁਬਿਧਾ ਵਿੱਚ। ਬਾਬਾ ਪਿਰਥੀ ਚੰਦ ਜੀ ਹੱਕ ਜਤਾਉਣ ਕਿ ਵੱਡਾ ਹੋਣ ਦੇ ਨਾਤੇ, ਵੱਡਾ ਪੁੱਤਰ ਹੋਣ ਦੇ ਨਾਤੇ ਮੇਰਾ ਹੱਕ ਬਣਦਾ, ਪਰ ਭਾਵਨਾ ਵਾਲੇ ਜਾਣਦੇ ਹੈ ਕਿ ਸਿੱਖੀ ਜਿਹੜੀ ਹੈ ਇਹ ਪਿਤਾ ਪੁਰਖੀ ਨਹੀਂ ਹੈ। ਗੁਰੂ ਕੀਆਂ ਬਖਸ਼ਿਸ਼ਾਂ ਇਹ ਪਰਿਵਾਰ ਦੇ ਕਾਰਨ ਨਹੀਂ ਮਿਲਦੀਆਂ, ਇਹ ਤਾਂ ਸੇਵਾ ਦੇ ਨਾਲ, ਸੇਵਕ ਦੀ ਚੀਜ਼ ਹੈ, ਸੇਵਕ ਦੀ ਵਸਤੂ ਹੈ। ਪਹਿਲੇ ਜਾਮੇ ਤੋਂ ਹੀ ਕਿ ਸਤਿਗੁਰੂ ਜੀ ਨੇ ਪੁੱਤਰਾਂ ਦਾ ਮੋਹ ਕਰਕੇ ਗੁਰਤਾ ਗੱਦੀ ਦਿੱਤੀ, ਨਹੀਂ ਭਾਈ, ਸੇਵਕ ਦੀ ਸੇਵਾ ਵੇਖੀ। ਬਾਕੀ ਇਹ ਤਾਂ ਧੁਰ ਦਰਗਾਹ ਤੋਂ ਪਹਿਲਾਂ ਹੀ ਨਿਰਣਾ ਹੋ ਚੁੱਕਿਆ ਅਕਾਲ ਪੁਰਖ ਵਾਹਿਗੁਰੂ ਦਾ ਕਿ ਕਿਸ ਨੂੰ ਗੁਰਤਾ ਗੱਦੀ ਦੇਣੀ ਆ। ਪਿਛਲਾ ਜਨਮ ਭਾਵੇਂ ਕਿਸ ਤਰ੍ਹਾਂ ਦਾ ਜੀਵਨ ਰਿਹਾ ਹੋਵੇ, ਪਰ ਸਾਧ ਸੰਗਤ ਜੀ ਭਾਈ ਲਹਿਣਾ ਜੀ ਨੂੰ ਸਤਿਗੁਰੂ ਜੀ ਦੀ ਸ਼ਰਨ ਜਿਸ ਵੇਲੇ ਆ ਗਏ, ਸਿੱਖੀ ਵਿੱਚ ਪਰਪੱਕ ਹੋਏ, ਸਤਿਗੁਰੂ ਨੇ ਗੁਰਤਾ ਗੱਦੀ ਦਿੱਤੀ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ, ਉਹ ਵੀ ਪਹਿਲਾਂ ਵਿਵਹਾਰਕ ਲਾਈਨ ਦੇ ਵਿੱਚ ਹੀ ਸਨ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਗਏ। ਗੁਰੂ ਅਮਰਦਾਸ ਸਾਹਿਬ ਮਹਾਰਾਜ ਆਏ, ਇਸੇ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਮਹਾਰਾਜ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਅਗਾਂਹ ਜਿਹੜਾ ਇਹ ਨਹੀਂ ਦੇਖਿਆ ਕਿ ਗੁਰਤਾ ਗੱਦੀ ਤੇ ਹੱਕ ਵੱਡਾ ਹੋਣ ਦੇ ਨਾਤੇ ਕਿਹਦਾ ਬਣਦਾ, ਬਲਕਿ ਦਾਤ ਜੋਤ ਖਸਮੈ ਵਡਿਆਈ ਦੇ ਹੁਕਮ ਦੇ ਮੁਤਾਬਕ, ਖਸਮ ਨੇ, ਮਾਲਕ ਨੇ, ਤਖਤ ਬਹਿ ਤਖਤੈ ਕੀ ਲਾਇਕ, ਇਹਨਾਂ ਬਚਨਾਂ ਦੇ ਉੱਤੇ ਫੁੱਲ ਚੜਾਉਂਦਿਆਂ ਹੋਇਆਂ ਜੋ ਲਾਇਕ ਸਨ, ਯੋਗ ਸਨ ਗੁਰਤਾ ਗੱਦੀ ਦੇ ਉੱਤੇ, ਛੋਟੇ ਪੁੱਤਰ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ, ਕਿਉਂਕਿ ਹਿਰਦਾ ਨਿਰਮਲ ਸੀ ਔਰ ਯੋਗ ਸਨ ਸਭ ਤਰ੍ਹਾਂ ਕਰਕੇ। ਬੜਾ ਵਿਰੋਧ ਬਾਬਾ ਪਿਰਥੀ ਚੰਦ ਜੀ ਕਰਦੇ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰੂ ਕੀਆਂ ਸੰਗਤਾਂ ਨੂੰ ਜਦੋਂ ਭੇਟਾਵਾਂ ਲੈ ਕੇ ਆਉਣੀਆਂ, ਪਹਿਲਾਂ ਹੀ ਬਾਬਾ ਪਿਰਥੀ ਚੰਦ ਨੇ ਸਾਂਭ ਲੈਣੀਆਂ ਲੰਗਰ ਛਕਣ ਵਾਸਤੇ, ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਲੰਗਰ ਵਿੱਚ ਭੇਜ ਦੇਣਾ। ਐਸਾ ਵੀ ਸਮਾਂ ਆਇਆ, ਕਈ ਵਾਰ ਗੁਰੂ ਕਾ ਲੰਗਰ ਮਸਤਾਨਾ ਵੀ ਹੋਇਆ, ਕਿਉਂਕਿ ਸੰਗਤ ਦੀ ਡੋਨੇਸ਼ਨ ਦੇ ਨਾਲ, ਸੰਗਤ ਦੀ ਕਾਰ ਭੇਟਾ ਸੇਵਾ ਦੇ ਨਾਲ ਹਰ ਇੱਕ ਧਰਮ ਗ੍ਰੰਥ ਦੇ ਧਾਰਮਿਕ ਅਸਥਾਨਾਂ ਦੀਆਂ ਸੇਵਾਵਾਂ ਚੱਲਦੀਆਂ। ਇੱਥੇ ਵੀ ਆਪ ਜੀ ਆਉਂਦੇ ਹੋ, ਗੁਰੂ ਘਰ ਦੀ ਗੋਲਕ ਦੇ ਵਿੱਚ ਆਪੋ ਆਪਣੀ ਭਾਵਨਾ ਦੇ ਮੁਤਾਬਕ, ਆਪੋ ਆਪਣੀ ਯੋਗਤਾ ਦੇ ਮੁਤਾਬਕ ਆਪਣੀ ਕਿਰਤ ਕਮਾਈ ਦੇ ਵਿੱਚੋਂ ਮਾਇਆ ਸਫਲੀ ਕਰਦੇ ਹੋ। ਗੁਰੂ ਕੇ ਗ੍ਰੰਥੀ, ਕੀਰਤਨੀਏ ਸਿੰਘ, ਰਾਗੀ ਸਿੰਘ, ਕਥਾਵਾਚਕ, ਉਹਨਾਂ ਦੀ ਉਪਜੀਵਕਾ ਦਾ ਵੀ ਗੁਰੂ ਕੀ ਸੰਗਤ ਨੇ ਖਿਆਲ ਰੱਖਣਾ ਹੁੰਦਾ। ਤੋ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਇਹ ਸਾਧ ਸੰਗਤ ਜੀ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲਦੀਆਂ, ਪਰ ਸੰਗਤ ਨੂੰ ਜਦੋਂ ਰੋਕ ਦਿੱਤਾ ਗਿਆ ਤੇ ਐਸਾ ਵੀ ਸਮਾਂ ਆਇਆ, ਭਾਈ ਗੁਰਦਾਸ ਜੀ ਆਗਰੇ ਤੋਂ ਗੁਰਮਤਿ ਪ੍ਰਚਾਰ ਕਰਕੇ ਮੁੜੇ ਆ। ਜਦੋਂ ਗੁਰੂ ਘਰ ਦੇ ਵਿੱਚ ਆ ਕੇ ਵੇਖਿਆ ਲੰਗਰ ਮਸਤਾਨੇ, ਸਾਰਾ ਹਾਲ ਚਾਲ ਮਾਤਾ ਭਾਨੀ ਜੀ ਤੋਂ ਉਹਨਾਂ ਦੀ ਜ਼ੁਬਾਨੀ ਵਰਤਾਂਤ ਸੁਣਿਆ, ਬਾਬਾ ਬੁੱਢਾ ਸਾਹਿਬ ਜੀ ਔਰ ਭਾਈ ਗੁਰਦਾਸ ਜੀ ਨੇ ਫਿਰ ਕਮਰ ਕੱਸੇ ਕਰਕੇ ਸੰਗਤਾਂ ਨੂੰ ਲਾਮਬੰਦ ਕਰਨਾ ਔਰ ਸਚਾਈ ਦੱਸਣੀ ਸ਼ੁਰੂ ਕੀਤੀ, ਜਿਸ ਕਰਕੇ ਸੰਗਤਾਂ ਮੁੜ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਆਉਣ ਲੱਗੀਆਂ, ਭੇਟਾਵਾਂ ਅਰਪਣ ਕਰਨ ਲੱਗੀਆਂ। ਇਉਂ ਸਮਾਂ ਲੰਘਦਾ ਗਿਆ। ਬਾਬਾ ਪਿਰਥੀ ਚੰਦ ਜੀ ਕਦੇ ਵੀ ਵਿਰੋਧ ਦਾ ਉਹਨਾਂ ਨੇ ਕੋਈ ਮੌਕਾ ਨਾ ਗਵਾਇਆ ਤੇ ਸਾਧ ਸੰਗਤ ਜੀ ਵਿਰੋਧ ਇੱਥੋਂ ਤੱਕ ਵੱਧ ਗਿਆ। ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਉਹਨਾਂ ਦੀ ਸ਼ਾਦੀ ਮਾਤਾ ਗੰਗਾ ਜੀ ਦੇ ਨਾਲ ਮੌ ਨਗਰ ਦੇ ਵਿੱਚ ਹੁੰਦੀ ਆ, ਉਸ ਤੋਂ ਬਾਅਦ ਕਾਫੀ ਸਮਾਂ ਉਹਨਾਂ ਦੇ ਘਰ ਕੋਈ ਔਲਾਦ ਪੈਦਾ ਨਾ ਹੋਈ। ਇੱਕ ਦਿਨ ਮਾਤਾ ਗੰਗਾ ਜੀ, ਬਰਖਾ ਦੀ ਰੁੱਤ ਸ਼ੁਰੂ ਹੋਣ ਵਾਲੀ ਆ, ਸੋਚਦੇ ਆ ਕਿ ਜਿਹੜੇ ਕੀਮਤੀ ਵਸਤਰ ਹੈ ਇਹਨਾਂ ਨੂੰ ਧੁੱਪੇ ਸੁਕਾ ਦਈਏ, ਇਹਨਾਂ ਨੂੰ ਧੂਪ ਆਦਿਕ ਧੁਖਾ ਦਈਏ ਖਾਸ ਕਿਸਮ ਦੀ, ਜਿਹਦੇ ਨਾਲ ਕੱਪੜੇ ਨੂੰ ਕੀੜਾ ਨਹੀਂ ਲੱਗਦਾ। ਇਉਂ ਵਸਤਰ ਸੁੱਕਣੇ ਪਾਏ ਹੋਏ। ਨਾਲ ਦੇ ਘਰ ਦੇ ਵਿੱਚ ਬਾਬਾ ਪਿਰਥੀ ਚੰਦ ਜੀ ਦੀ ਘਰਵਾਲੀ ਬੀਬੀ ਕਰਮੋ ਨੇ ਵੇਖਿਆ, ਬਈ ਆ ਸਾਡੇ ਸ਼ਰੀਕਾਂ ਦੇ ਘਰ ਤਾਂ ਇੰਨੇ ਸੋਹਣੇ ਸੂਟ, ਇੰਨੇ ਸੋਹਣੇ ਕੱਪੜੇ ਆ, ਤੇ ਸਾਡੇ ਘਰ ਵਿੱਚ ਇਹ ਵਸਤੂਆਂ ਨਹੀਂ। ਤੋ ਆਪਣੇ ਪਤੀ ਬਾਬਾ ਪਿਰਥੀ ਚੰਦ ਜੀ ਨੂੰ ਉਲਾਂਭਾ ਦਿੰਦੀ ਹੋਈ ਕਹਿੰਦੀ ਆ ਕਿ ਨਾ ਤਾਂ ਪਤੀ ਦੇਵ ਤੁਸੀਂ ਆਪਣੇ ਪਿਤਾ ਦੀ ਖੁਸ਼ੀ ਪ੍ਰਾਪਤ ਕਰ ਸਕੇ, ਗੁਰਤਾ ਗੱਦੀ ਦਾ ਲਾਹਾ ਪ੍ਰਾਪਤ ਕਰ ਸਕੇ, ਉਹਦੇ ਵਾਰਸ ਬਣ ਸਕੇ, ਤੇ ਨਾ ਸਾਡੇ ਘਰ ਦੇ ਵਿੱਚ ਇੰਨੇ ਪਦਾਰਥ ਹੈ। ਆਹ ਦੇਖੋ ਤੁਹਾਡੇ ਛੋਟੇ ਭਰਾ ਗੁਰੂ ਅਰਜਨ ਦੇਵ ਦੇ ਘਰ ਕਿੰਨੀਆਂ ਵਸਤੂਆਂ, ਸੰਗਤਾਂ ਕਿੰਨੀਆਂ ਭੇਟਾਵਾਂ ਉਹਨਾਂ ਨੂੰ ਦਿੰਦੀਆਂ। ਸਾਡੇ ਘਰ ਵੀ ਐਸਾ ਕੁਝ ਹੋਣਾ ਚਾਹੀਦਾ।
तो साध संगत बाबा पिरथी चंद जी ने उस वेले आख्या कि मेरे भरा गुरु अर्जन देव जी के घर जो कुछ भी आ वो सारा साडा ही तो है, क्योंकि उन्होंने घर तो औलाद ही कोई नहीं, तो साडा पुत्र मेहरबान जिहड़ा उन्होंने वो बड़ा प्रेम करदे आ, अपनी औलाद दे वांग ही सब कुछ इहदा ही होना बाद दे विच। फिर की होया जे मैनू गुरता गद्दी नहीं मिल सकी, गां वारस तां मेरा पुत्र ही बनना, क्योंकि गुरु अर्जन देव के घर इन्हां दे घर तां कोई औलाद नहीं है। ये तो दुनिया तो सखणे जाणगे, ऐसे भैड़े बोल भी बोले। इन्हां दी दासी ने ये गल सुन लई, नवीं आई सी। गुरु अर्जन देव महाराज सच्चे पातशाह जी के घर जिहड़ी दासी काम करदी सी उहदे नाल किते ये गल साझी कीती। दासी नूं गुस्सा आया, वफादार सी ना, मेरे मालक नूं इहो जिहे बोल बोलदे। उन्हें आख्या मेरा मालक मेरी मालकन हाले सरीरक अवस्था करके जवान है, तो उन्होंने भी वाहिगुरू जरूर पुत्र की दात बख्शेगा। आ जिहड़े शरीक जिहड़े तेरे मालक ने ये वचन आखे है ना, ये कदे पूरे नहीं होणगे, ये रुल जाणगे, तो मेरे मालक की हमेशा ही चढ़दी कला होएगी। हौली हौली गल माता गंगा जी ताईं पहुँची। तो साध संगत जी जिस वेले माता जी ने आ बोल सुने, मन बड़ा दुखी होया, क्योंकि संसारक खुशियां जिहड़ियां उन्हां दे विचों औलाद की प्राप्ति एक बहुत वड्डी खुशी है। विद्वान लोगों के कथन है, मावां भावें होवण परियां, नाल हुसन दे डक डक भरियां, वड्डे घरी विआहियां वरियां, पहनण पट हंडावण जरियां, पर पूरा कदे शंगार ना होवे जे गल लालां दा हार ना होवे। औलाद प्राप्ति ये गृहस्थ जीवन की बहुत वड्डी खुशी है। ਜਿਹੜੇ कोई सतगुरु की ऐसी बख्शिश तो वांझे आ, उन्हां दा दर्द उन्हां दा दुख पुछिया ही लोड़ीदा हुंदा। गुरु किरपा करे सब नूं दुध पुੱਤ ਦੀਆਂ ਦਾਤਾਂ बख्शे, कदे कोई विरवा ना रहे सतगुरु की ऐसी प्यारी दात तो। औलाद घर दे विच होनी अतिअंत जरूरी आ। तो साध संगत जी जिस वेले सतगुरु अर्जन देव महाराज दीवान दे विचों वेले हो के शाम के समय घर आए ना, माता गंगा जी के नेत्रां दे विचों जल वह रहा, सजल नेत्रां दे नाल मत्था टेकिया। घगिया के माता जी ने बेनती की, स्वामी जी मेरे मालका सारी दुनिया नूं दातां वंडी जा रहे हो, आ मेरे अभागण वेले की हो गया, किरपा करो मेरी भी कुख सफली कर दिओ। तो सतगुरु अर्जन देव महाराज सच्चे पातशाह ने आख्या अपने महिला नूं, कहंदे भागवान ने रब दा दिता बहुत कुछ आ, वाहिगुरू ने नाम की दात बख्शी आ परमार्थ वालों हट के व्यवहारक खुशियां दे विच क्यों परचण लगी है। वाहिगुरू वाहिगुरू जपिया कर, रब दा नाम जपिया कर, अकाल पुरख वाहिगुरू बख्शिश करेगा। माता ने फिर बेनती की, महाराज नहीं पुत्र दी दात शरीक ताने मेहणे मारदे आ, गल्लां सुनियां नहीं। सच्चे पातशाह ने उस वेले आख्या कि गंगा जी साडे ब्रह्म ਗਿਆਨੀ सिख बाबा बुढ़ा साहब जी भीड़ दे विच बैठे आ, तुसीं उन्हां दे कोल जाओ। वो सतगुरु नानक देव महाराज सच्चे पातशाह जी तो लैके चौथे पातशाह जी तक उन्होंने संगत की है। बड़े भागां वाले गुरसिख ब्रह्म ਗਿਆਨੀ संत हैं। जेकर वो तुहाडी अरदास गुरु नानक देव महाराज जी के चरणों में कर देण तो वो तुहानूं पुत्र की दात गुरु घर दे विचों बख्शा सकते हैं। माता ने शरधा भावना धारण की। हुण देखो सतगुरु साहब अपने सिख नूं सेवक नूं किन्नी वडियाई दिंदे आ, और सिख सेवक कोई आम साडे तुहाडे वर्गा नहीं सी बई बाणा ही पाया बाहरों देखण नूं सिख लगदा सी। ब्रह्म ਗਿਆਨੀ सिख सी बाबा बुढ़ा साहब। आप मुक्त मुक्त करै संसार, नानक तिस जन को सदा नमस्कार। इस अवस्था का धारनी सी। धन सी उन्हां दा जन्म लैना, धन उन्हां दा विचरना, धन उन्हां दा संसार तो जाना। जन्म मरण दुहु हूँ मैं नाही जन, पर उपकारी आए जी दान दे भगती लायन, हर स्यो लैन मिलाए। टुटियां रूहां नूं जोड़न वाला साधु सी, मन साचा मुख साचा सोए, अवर न पेखै एक बिन कोए। नानक यह लक्षण ब्रह्म ਗਿਆਨੀ होए। ऐसी ब्रह्म अवस्था नूं प्राप्त धन बाबा बुढ़ा साहब जी। माता जी ने की कीता,
ਦੂਜੇ ਦਿਨ ਦਾਸੀਆਂ ਨੂੰ ਨਾਲ ਲਿਆ, ਰੱਥ ਜੋੜੇ, ਘੋੜੇ ਜੋੜੇ, ਬਲਦਾਂ ਦੇ ਉੱਤੇ ਕਾਫੀ ਭੇਟਾਵਾਂ ਵੀ ਰੱਖੀਆਂ। ਗੁਰੂ ਕੇ ਸੰਤ ਨੂੰ, ਸਿੱਖ ਨੂੰ ਜਾ ਕੇ ਭੇਟਾ ਦੇਣੀ ਆ। ਚੱਲ ਪਏ। ਬੀੜ ਦੇ ਵਿੱਚ ਜਦੋਂ ਪਹੁੰਚੇ ਤੇ ਸਾਧ ਸੰਗਤ ਜੀ, ਬੀੜ ਹੁਣ ਜਿਹੜੇ ਸਾਡੀ ਨਵੀਂ ਜਨਰੇਸ਼ਨ ਹੈ, ਨਵੇਂ ਛੋਟੇ ਬੱਚੇ ਆ, ਸ਼ਾਇਦ ਇਹਨਾਂ ਨੂੰ ਇਹਨਾਂ ਸ਼ਬਦਾਂ ਦੀ ਸੋਝੀ ਨਾ ਹੋਵੇ, ਪਤਾ ਨਾ ਲੱਗਦਾ ਹੋਵੇ ਵੀ ਕੀ ਕਿਹਾ ਜਾ ਰਿਹਾ ਹੈ। ਬੀੜ ਤੋਂ ਭਾਵ ਜਿੱਥੇ ਬਹੁਤ ਸਾਰੇ ਦਰਖਤ ਉੱਗੇ ਹੋਣ, ਫੋਰੈਸਟ, ਜੰਗਲ। ਜਿਵੇਂ ਇਸ ਤਰ੍ਹਾਂ ਇੱਕ ਝਿੜੀ, ਸਾਧ ਸੰਗਤ ਜੀ, ਉਹ ਬੀੜ ਜਗ੍ਹਾ ਦਾ ਨਾਮ ਹੈ ਜਿੱਥੇ ਬਹੁਤ ਸਾਰੇ ਦਰਖਤ ਹੋਣ। ਤੋ ਉਸ ਜਗ੍ਹਾ ਦੇ ਉੱਤੇ ਬਹੁਤ ਸਾਰੇ ਪਸ਼ੂ ਪੰਛੀ ਵੀ ਹੋਣੇ, ਕੁਦਰਤੀ ਗੱਲ ਹੈ ਜਿੱਥੇ ਦਰਖਤ ਜ਼ਿਆਦਾ ਹੋਣਗੇ। ਤੋ ਬਾਬਾ ਬੁੱਢਾ ਸਾਹਿਬ ਜੀ ਉੱਥੇ ਮੱਝਾਂ ਗਾਵਾਂ ਚਰਾਇਆ ਕਰਦੇ ਤੇ ਨਾਲ ਹੀ ਬਹਿ ਕੇ ਗੁਰੂ ਕੀ ਸੰਗਤ ਨੂੰ ਗੁਰੂ ਘਰ ਦੇ ਨਾਲ ਜੋੜਦੇ। ਆਪਣੀ ਪੂਜਾ ਨਹੀਂ ਸਨ ਕਰਵਾਉਂਦੇ, ਗੁਰੂ ਘਰ ਨਾਲ ਜੋੜਨਾ ਗੁਰੂ ਕੀ ਸੰਗਤ ਨੂੰ। ਇਹ ਹਰ ਸਿੱਖ ਦਾ, ਸੰਤ ਦਾ, ਭਾਈ ਦਾ, ਗਿਆਨੀ ਦਾ, ਰਾਗੀ ਦਾ, ਘਰਾਂ ਵਿੱਚ ਰਹਿਣ ਵਾਲੇ ਹਰ ਸਿੱਖ ਦਾ ਫਰਜ਼ ਹੈ। ਸਾਡੀ ਡਿਊਟੀ ਸਤਿਗੁਰੂ ਨੇ ਲਾਈ ਹੈ। ਗੁਰੂ ਕੇ ਸਿੱਖਾ ਤੂੰ ਆਪ ਜੁੜਿਆ, ਆਪ ਜਪੈ ਅਵਰੈ ਨਾਮ ਜਪਾਵੈ। ਇਹ ਫਰਜ਼ ਹੈ ਸਾਡਾ, ਆਪ ਜੁੜੇ ਹੋਈਏ ਤੇ ਹੋਰਾਂ ਨੂੰ ਜੋੜੀਏ ਵਾਹਿਗੁਰੂ ਦੇ ਨਾਮ ਦੇ ਨਾਲ, ਗੁਰੂ ਕੀ ਬਾਣੀ ਦੇ ਨਾਲ। ਇਹ ਡਿਊਟੀ ਨੂੰ ਬਾਖੂਬੀ ਬਾਬਾ ਬੁੱਢਾ ਸਾਹਿਬ ਜੀ ਨਿਭਾਉਂਦੇ। ਜਦੋਂ ਮਾਤਾ ਗੰਗਾ ਜੀ ਬਹੁਤ ਤਾਮ ਝਾਮ ਦੇ ਸਹਿਤ, ਲਾਲ ਲਸ਼ਕਰ ਦੇ ਸਹਿਤ ਉੱਥੇ ਪਹੁੰਚੇ, ਜੰਗਲ ਦੇ ਜਾਨਵਰ ਡਰ ਕੇ ਹਿਰਨ ਭੱਜਣ ਲੱਗ ਪਏ, ਪਸ਼ੂ ਪੰਛੀਆਂ ਨੇ ਚੀਕ ਚਿਹਾੜਾ ਪਾ ਦਿੱਤਾ, ਧੂੜ ਉੱਡੀ, ਅਸਮਾਨ ਭਰ ਗਿਆ। ਤੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸਹਿਜ ਸੁਭਾਈ ਬਚਨ ਕਰ ਦਿੱਤਾ। ਕਹਿੰਦੇ ਵੀ ਆਹ ਕੌਣ ਆ ਰਿਹਾ? ਕਹਿਣ ਲੱਗੇ ਜੀ ਗੁਰੂ ਕੇ ਆ ਰਹੇ ਆ, ਭਾਵ ਗੁਰੂ ਕੇ ਮਹਿਲ ਮਾਤਾ ਗੰਗਾ ਜੀ ਆ ਰਹੇ ਆ ਸੇਵਕਾਂ ਦੇ ਸਮੇਤ। ਬਚਨ ਹੋਇਆ, ਗੁਰੂ ਕਿਆਂ ਨੂੰ ਕੀ ਭਾਜੜਾਂ ਪਈਆਂ ਹੋਈਆਂ। ਸਾਧੂ ਬੋਲਿਆ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਰੱਬ ਦੇ ਪਿਆਰਿਆਂ ਦਾ ਬਚਨ ਕਦੇ ਖਾਲੀ ਨਹੀਂ ਜਾਂਦਾ। ਰਸਨਾ ਤੋਂ ਬਚਨ ਤਾਂ ਆਪਾਂ ਵੀ ਬੋਲਦੇ ਆ, ਪਰ ਸਾਡੀ ਰਸਨਾ ਦਿਨ ਦੇ ਵਿੱਚ ਪਤਾ ਨਹੀਂ ਕਿੰਨਾ ਝੂਠ ਬੋਲਦੀ ਹੈ, ਕਿੰਨੀ ਨਿੰਦਿਆ ਕਰਦੀ ਆ, ਕਿੰਨੇ ਅਪਸ਼ਬਦ ਬੋਲਦੀ ਹੈ, ਕਿੰਨਾ ਕਿਸੇ ਨੂੰ ਕੈੜਾ ਖਰਵਾ ਕਠੋਰ ਆਪਾਂ ਬੋਲ ਕੇ ਕਿੰਨਿਆਂ ਦਾ ਦਿਲ ਤੋੜਦੇ ਆ, ਮਨ ਦਿਖਾਉਂਦੇ ਆ। ਪਰ ਰੱਬ ਦੇ ਪਿਆਰੇ, ਪ੍ਰਭ ਜੀ ਵਸੈ ਸਾਧ ਕੀ ਰਸਨਾ। ਸਾਧੂ ਦੀ ਰਸਨਾ ਦੇ ਉੱਤੇ ਵਾਹਿਗੁਰੂ ਦਾ ਨਿਵਾਸ ਹੈ। ਜੋ ਬਚਨ ਕਹਿ ਦੇਣ ਪਾਰ ਹੁੰਦਾ। ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ, ਅਟਲ ਹੈ। ਸਾਧੂਆਂ ਦਾ ਬਚਨ ਕਦੇ ਟਲਦਾ ਨਹੀਂ। ਜਿਵੇਂ ਕਮਾਨ ਦੇ ਵਿੱਚੋਂ ਨਿਕਲਿਆ ਹੋਇਆ ਤੀਰ ਕਦੇ ਵਾਪਸ ਨਹੀਂ ਆਉਂਦਾ ਨਾ, ਇਸੇ ਤਰ੍ਹਾਂ ਸਾਧੂ ਦਾ, ਰੱਬ ਦੇ ਪਿਆਰੇ ਦਾ ਹੋ ਜਾਏ ਬਚਨ ਤੇ ਸਾਧ ਸੰਗਤ ਜੀ ਉਹ ਫਲੀ ਭੂਤ ਜ਼ਰੂਰ ਹੁੰਦਾ, ਚਾਹੇ ਦੁੱਖ ਦੇਵੇ ਚਾਹੇ ਸੁੱਖ ਦੇਵੇ। ਔਰ ਜਾਣ ਬੁੱਝ ਕੇ ਨਹੀਂ, ਸਹਿਜ ਸੁਭਾਏ ਬਚਨ ਹੋਇਆ। ਜਦੋਂ ਮਾਤਾ ਜੀ ਪਹੁੰਚੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕੋਈ ਖਾਸ ਤਵੱਜੋ ਨਾ ਦਿੱਤੀ। ਨਿਰਾਸ਼ ਹੋ ਕੇ ਮਾਤਾ ਜੀ ਵਾਪਸ ਚਲੇ ਆਏ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਇਹ ਬਚਨ ਫਲੀ ਭੂਤ ਵੀ ਬਾਅਦ ਵਿੱਚ ਹੋਇਆ। ਅੰਮ੍ਰਿਤਸਰ ਸਾਹਿਬ ਦੇ ਵਿੱਚ ਉਜਾੜਾ ਵੀ ਪਿਆ। ਸਤਿਗੁਰੂ ਸਾਹਿਬ ਜੀ ਨੂੰ ਇਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਛੱਡ ਕੇ ਜਾਣਾ ਪਿਆ। ਜੰਗ ਯੁੱਧ ਦਾ ਸਮਾਂ, ਸੁਲਹੀ ਖਾਨ ਚੜ੍ਹ ਕੇ ਆਇਆ ਤੇ ਗੁਰੂ ਕੀ ਵਡਾਲੀ ਜਾ ਕੇ ਜਾ ਵਸੇ ਸਨ। ਸਤਿਗੁਰੂ ਅਰਜਨ ਦੇਵ ਮਹਾਰਾਜ ਪੁੱਛਦੇ ਆ ਆਪਣੇ ਮਹਿਲਾਂ ਨੂੰ, ਸਾਡੇ ਸਤਿਕਾਰਯੋਗ ਮਾਤਾ ਗੰਗਾ ਜੀ ਨੂੰ, ਜਾਏ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰ ਆਏ, ਲੈ ਆਏ ਵਰ। ਮਹਾਰਾਜ ਗਈ ਤਾਂ ਸੀ, ਪਰ ਵਰ ਦੀ ਜਗ੍ਹਾ ਤੇ ਸਰਾਪ ਮਿਲ ਗਿਆ। ਆ ਬਚਨ ਕਰ ਦਿੱਤੇ ਤੁਹਾਡੇ ਬ੍ਰਹਮ ਗਿਆਨੀ ਸਿੱਖ ਨੇ, ਗੁਰੂ ਕਿਆਂ ਨੂੰ ਕੀ ਭਾਜਣਾ ਪਈਆਂ। ਸਤਿਗੁਰੂ ਕਹਿੰਦੇ 7 ਹੋਣਗੇ, ਬਚਨ 7 ਹੋਣਗੇ, ਭਾਜਣਾ ਪੈਣਗੀਆਂ, ਉਜਾੜਾ ਹੋਏਗਾ। ਮਹਾਰਾਜ ਫਿਰ ਹੁਣ ਕੀ ਬਣੇ? ਕਹਿੰਦੇ ਕਿਵੇਂ ਗਏ ਸੀ ਤੁਸੀਂ? ਮਾਤਾ ਜੀ ਨੇ ਦੱਸਿਆ, ਸਿੱਖਾਂ ਸੇਵਕਾਂ ਨੂੰ ਨਾਲ ਲਿਆ, ਘੋੜਿਆਂ ਦੇ ਉੱਤੇ, ਰਥਾਂ ਦੇ ਉੱਤੇ ਸਵਾਰ ਹੋ ਕੇ ਗਏ, ਬਲਦ ਗੱਡੇ ਜੋੜ ਕੇ ਬਹੁਤ ਸਾਰੀ ਰਸਤ ਭੇਟਾ ਕਰਨ ਵਾਸਤੇ ਬਾਬਾ ਜੀ ਕੋਲ ਲੈ ਕੇ ਗਏ, ਪਰ ਉਹਨਾਂ ਦੀ ਖੁਸ਼ੀ ਨਹੀਂ ਮਿਲ ਸਕੀ। ਸਤਿਗੁਰੂ ਜੀ ਮੁਸਕਰਾਏ, ਕਹਿੰਦੇ ਗੰਗਾ, ਸਾਧੂਆਂ ਕੋਲੇ ਕਿਤੇ ਐਵੇਂ ਜਾਈਦਾ? ਰੱਬ ਦੇ ਪਿਆਰਿਆਂ ਕੋਲ ਜਾਣ ਦਾ ਤਰੀਕਾ ਹੁੰਦਾ, ਅਤ ਨਿਮਰਤਾ ਧਾਰਨ ਕਰਕੇ ਜਾਣਾ, ਮਨ ਨੂੰ ਨੀਵਾਂ ਕਰਕੇ ਜਾਣਾ। ਕਬੀਰ ਸਾਧੂ ਕੋ ਮਿਲਨੇ ਜਾਈਐ, ਸਾਥ ਨਾ ਲੀਜੈ ਕੋਏ, ਪਾਛੈ ਪਾਉ ਨਾ ਦੀਜੀਐ, ਆਗੇ ਹੋਏ ਸੋ। ਕਾਮ ਕ੍ਰੋਧ ਲੋਭ ਮੋਹ ਹੰਕਾਰ,
ਕੋਈ ਵੀ ਵਿਸ਼ਾ ਵਿਕਾਰ ਨਾਲ ਨਹੀਂ ਲੈ ਕੇ ਜਾਈਦਾ। ਨਿਰਮਲ ਮਨ ਕਰਕੇ ਰੱਬ ਦੇ ਪਿਆਰਿਆਂ ਦੇ ਦਰ ਤੇ, ਗੁਰੂ ਦੇ ਦਰ ਦੇ ਉੱਤੇ, ਮਹਾਂਪੁਰਖਾਂ ਦੇ ਦਰ ਦੇ ਉੱਤੇ ਜਾਈਦਾ। ਜੁਗਤੀ ਦੱਸ ਦਿੱਤੀ। ਉਸ ਜੁਗਤੀ ਦੇ ਮੁਤਾਬਕ ਮਾਤਾ ਗੰਗਾ ਜੀ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਨਿਤਨੇਮ ਸਿਮਰਨ ਤੋਂ ਵਿਹਲੇ ਹੋ ਕੇ ਰਾਤ ਨੂੰ ਹੀ ਚੰਗੇ ਸੋਹਣੇ ਦੁੱਧ ਦਾ ਦਹੀਂ ਜਮਾ ਦਿੱਤਾ। ਕੁਝ ਕੁ ਕਣਕ ਦੇ ਦਾਣੇ ਤੇ ਕੁਝ ਕੁ ਛੋਲਿਆਂ ਦਾ ਇਕੱਠਾ ਹੀ ਪੀਸਿਆ ਆਟਾ ਬਣਾਇਆ। ਮਿੱਸੇ ਪ੍ਰਸ਼ਾਦੇ ਮਾਤਾ ਨੇ ਆਪ ਆਪਣੇ ਹੱਥੀਂ ਤਿਆਰ ਕੀਤੇ। ਦੁੱਧ ਰਿੜਕਿਆ, ਸੋਹਣਾ ਮੱਖਣ ਨਾਲ ਰੱਖਿਆ, ਕੁਝ ਗੰਢੇ ਲੈ ਲਏ। ਪ੍ਰਸ਼ਾਦਾ ਪਾਣੀ ਤਿਆਰ ਕਰਕੇ ਸਿਰ ਦੇ ਉੱਤੇ ਰੱਖ ਕੇ ਟੋਕਰੀ ਮਾਤਾ ਗੰਗਾ ਜੀ ਅੰਮ੍ਰਿਤਸਰ ਸਾਹਿਬ ਤੋਂ 6-7 ਮੀਲ ਪੈਦਲ ਚੱਲ ਕੇ ਗਏ ਨੰਗੇ ਚਰਨੀ। ਰੱਬ ਦੇ ਪਿਆਰਿਆਂ ਦੇ ਦਰ ਦੇ ਉੱਤੇ ਜਾਣ ਦੀ ਜੁਗਤੀ ਕੀ ਆ, ਇਹ ਮਾਤਾ ਜੀ ਦੇ ਜੀਵਨ ਤੋਂ ਦੇਖੋ। ਮਾਤਾ ਜੀ ਗਏ, ਉਧਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਾਣ ਗਏ। ਮਾਤਾ ਜੀ ਆ ਰਹੇ ਆ, ਸਤਿਕਾਰ ਵਜੋਂ ਉੱਠ ਖੜੇ ਹੋਏ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ 100 ਦੇ ਨੇੜੇ ਉਮਰ ਹੈ ਤੇ ਇੱਧਰ ਮਾਤਾ ਗੰਗਾ ਜੀ, ਉਹਨਾਂ ਦੀ ਉਮਰ ਤਾਂ ਜਵਾਨ ਹੈ ਪਰ ਗੁਰੂ ਕੇ ਮਹਿਲ ਹੋਣ ਕਰਕੇ ਸਤਿਕਾਰਯੋਗ ਹੈ, ਵੱਡੇ ਥਾਂ ਤੇ ਨੇ। ਮਾਤਾ ਜੀ ਨੂੰ ਦੂਰੋਂ ਆਉਂਦਿਆਂ ਵੇਖ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੁਰ ਪਏ ਅਗਾਂਹ ਨੂੰ ਤੇ ਪਿਆਰ ਦੇ ਵਿੱਚ ਆਵਾਜ਼ਾਂ ਮਾਰਦੇ ਆ ਜਾ ਮਾਂ ਆ ਜਾ। ਮਾਵਾਂ ਨੂੰ ਪਤਾ ਹੁੰਦਾ ਪੁੱਤਾਂ ਨੂੰ ਭੁੱਖ ਲੱਗੀ ਆ, ਬੜੀ ਭੁੱਖ ਤੇਜ਼ ਲੱਗੀ ਹੋਈ ਆ, ਜਲਦੀ ਪ੍ਰਸ਼ਾਦਾ ਲਿਆ। ਮੈਂ ਤਾਂ ਕਦੋਂ ਦਾ ਉਡੀਕ ਰਿਹਾ ਸੀ ਕੋਈ ਪ੍ਰਸ਼ਾਦਾ ਪਾਣੀ ਆਵੇ। ਮਾਤਾ ਦੇ ਸਿਰ ਤੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਪ੍ਰਸ਼ਾਦਾ ਹੇਠਾਂ ਉਤਾਰਿਆ, ਪੌਣਿਆਂ ਦੇ ਵਿੱਚੋਂ ਖੋਲ੍ਹਿਆ। ਖੋਲ੍ਹ ਕੇ ਨਾ ਬੜੀ ਖੁਸ਼ੀ ਨਾਲੇ ਤਾਂ ਮਾਤਾ ਜੀ ਨਾਲ ਬਚਨ ਕਰ ਰਹੇ ਆ ਤੇ ਨਾਲ ਪ੍ਰਸ਼ਾਦਾ ਛਕਣ ਵਾਸਤੇ ਹੱਥ ਦੇ ਉੱਤੇ ਰੱਖ ਲਿਆ। ਸਾਗ ਰੱਖਿਆ, ਮੱਕੀ ਦੀਆਂ ਰੋਟੀਆਂ ਰੱਖੀਆਂ, ਗੰਢਾ ਫੜਿਆ ਹੱਥ ਦੇ ਵਿੱਚ ਤੇ ਆਪਣੀ ਹਥੇਲੀ ਦੇ ਉੱਤੇ ਰੱਖ ਕੇ ਭੰਨਣ ਲੱਗੇ ਆ ਤੇ ਨਾਲੇ ਉੱਪਰ ਨੂੰ ਵੇਖਦੇ ਆ ਅਸਮਾਨ ਵੱਲ ਨੂੰ। ਮਾਤਾ ਜੀ ਮੌਸਮ ਮੀਂਹ ਵਾਲਾ ਬਣਿਆ ਹੋਇਆ ਆ, ਜਿਵੇਂ ਮਾਤਾ ਗੰਗਾ ਜੀ ਨੇ ਮੰਗ ਨਹੀਂ ਮੰਗੀ, ਕੋਈ ਹਲੇ ਕੋਈ ਵਚਨ ਨਹੀਂ ਕੀਤਾ। ਆਪਣੀ ਖੁਸ਼ੀ ਦੇ ਵਿੱਚ ਆਇਆ ਹੋਇਆ ਰੱਬ ਦਾ ਪਿਆਰਾ ਸਾਧੂ ਵਚਨ ਕਰ ਰਿਹਾ। ਮਾਤਾ ਦੇਖੋ ਜਿਵੇਂ ਆਕਾਸ਼ ਦੇ ਵਿੱਚ ਬੱਦਲ ਗੱਜ ਰਹੇ ਆ ਨਾ, ਇਹੋ ਜਿਹੀ ਗਰਜ ਵਾਲਾ ਸੂਰਮਾ ਪੁੱਤਰ ਪੈਦਾ ਹੋਏਗਾ ਤੁਹਾਡੇ ਘਰ। ਆ ਤੁਸੀਂ ਸਿੱਖ ਨੂੰ ਖੁਸ਼ ਕਰ ਦਿੱਤਾ ਪ੍ਰਸ਼ਾਦਾ ਛਕਾ ਕੇ। ਆ ਜਿਵੇਂ ਬਿਜਲੀ ਚਮਕਦੀ ਆ ਨਾ, ਇਉਂ ਉਹਦੀ ਤੇਗ ਲਿਸ਼ਕਿਆ ਕਰੇਗੀ, ਦੁਸ਼ਮਣ ਵੈਰੀ ਕੰਬਿਆ ਕਰਨਗੇ ਵੇਖ ਵੇਖ ਕੇ। ਇਹ ਬਚਨ ਕਰਦਿਆਂ ਹਥੇਲੀ ਦੇ ਉੱਤੇ ਰੱਖ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਗੰਢਾ ਭੰਨ ਦਿੱਤਾ ਤੇ ਨਾਲ ਹੀ ਬਚਨ ਕੀਤਾ, ਮਾਤਾ ਜੀ ਦੁਸ਼ਟਾਂ ਦੇ ਸਿਰ ਇਉਂ ਭੰਨਿਆ ਕਰੇਗਾ, ਭਾਰੀ ਗੁਰੂ ਪੈਦਾ ਹੋਏਗਾ ਤੁਹਾਡੇ ਘਰ ਵਿੱਚ। 21 ਅੱਸੂ ਤੇ 1651 ਦੀ ਇਹ ਘਟਨਾ ਹੈ। ਮਾਤਾ ਜੀ ਨੂੰ ਜਿਸ ਦਿਨ ਇਹ ਵਰ ਪ੍ਰਾਪਤ ਹੋਇਆ ਤੇ ਗੁਰੂ ਕੇ ਖਾਲਸਾ ਜੀ ਅੱਜ ਵੀ ਸੰਗਤਾਂ ਦੀ ਇਹ ਭਾਵਨਾ ਹੈ, ਗੁਰੂ ਚਰਨਾਂ ਦੇ ਵਿੱਚ ਗੁਰੂ ਕੀਆਂ ਸੰਗਤਾਂ ਜਾਂਦੀਆਂ, ਪੁੱਤਰਾਂ ਦੀ ਕਾਮਨਾਵਾਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਵਿਸ਼ੇਸ਼ ਕਰਕੇ, ਵੈਸੇ ਤਾਂ ਹਰ ਰੋਜ਼ ਹੀ, ਪਰ ਆ 21 ਅੱਸੂ ਵਾਲੇ ਦਿਨ ਜਾ ਕੇ ਅਰਦਾਸਾਂ ਬੇਨਤੀਆਂ ਕਰਦੇ ਆ। ਤੇ ਗੁਰਮੁਖੋ ਸਾਡਾ ਇਤਿਹਾਸ ਹੈ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ, 6ਵੇਂ ਪਾਤਸ਼ਾਹ ਜੀ ਦੀ ਇਹ ਕਿਰਪਾ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ। ਅੱਜ ਤੱਕ ਕੋਈ ਖਾਲੀ ਝੋਲੀ ਲੈ ਕੇ ਨਹੀਂ ਆਇਆ। ਜਿਹੜਾ ਵੀ ਖਾਲੀ ਝੋਲੀ ਲੈ ਕੇ ਜਾਂਦਾ, ਝੋਲੀਆਂ ਭਰ ਕੇ ਲੈ ਕੇ ਆਉਂਦੇ ਆ ਗੁਰੂ ਦੇ ਦਰ ਤੋਂ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀ ਆੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਦਾਤਾਂ ਤੇ ਗੁਰੂ ਘਰ ਦੀਆਂ ਹੀ ਆ, ਪਰ ਗੁਰੂ ਕੇ ਪਿਆਰਿਆਂ ਨੂੰ ਸਤਿਗੁਰੂ ਜੀ ਵਡਿਆਈ ਦਿੰਦੇ ਆ। ਜੋ ਹਰ ਜਨ ਕੀ ਉਸਤਤ ਹੈ। ਅੱਜ ਕਿਉਂ ਕਹਿੰਦੇ ਆਪਾਂ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ, ਧੰਨ ਭਾਈ ਤਾਰੂ ਸਿੰਘ ਜੀ? ਕਿਉਂ ਧੰਨਤਾ ਦੇ ਯੋਗ, ਕਿਉਂ ਉਹਨਾਂ ਦੀ ਜੈ ਜੈਕਾਰ ਹੈ, ਕਿਉਂ ਧੰਨ ਧੰਨ ਆਪਾਂ ਆਖਦੇ ਆ? ਸਤਿਗੁਰੂ ਦੀ ਬਾਣੀ ਨੇ ਇਹਦਾ ਕਾਰਨ ਦੱਸਿਆ। ਸਤਿਗੁਰੂ ਸਾਹਿਬ ਜੀ ਕਹਿੰਦੇ, ਜੋ ਹਰ ਜਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਵਾਹਿਗੁਰੂ ਪਰਮੇਸ਼ਰ ਨੂੰ ਆਪਣੀ ਵਡਿਆਈ ਜਦੋਂ ਚੰਗੀ ਲੱਗਦੀ ਆ ਨਾ, ਤੇ ਆਪਣੇ ਸੇਵਕਾਂ ਦੀ ਵੀ ਜੈ ਜੈਕਾਰ ਕਰੇ ਸਭ ਕੋਈ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਉਹਨਾਂ ਦੀ ਵੀ ਜੈ ਜੈਕਾਰ ਕਰਵਾ ਦਿੰਦਾ ਜਿਨ੍ਹਾਂ ਦੇ ਮਨ ਅਤੇ ਤਨ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਵਾਸਾ ਹੋ ਗਿਆ।
ਦਾਤ ਲੈ ਕੇ ਆਏ ਖੁਸ਼ੀ ਖੁਸ਼ੀ। ਤੋ ਸਾਧ ਸੰਗਤ ਜੀ ਸਮਾਂ ਐਸਾ ਬਣਿਆ ਸਤਿਗੁਰੂ ਸਾਹਿਬ ਜੀ ਨੂੰ ਅੰਮ੍ਰਿਤਸਰ ਸਾਹਿਬ ਨਗਰ ਛੱਡਣਾ ਪਿਆ। ਸੁਲਹੀ ਖਾਨ ਨੂੰ ਪਿਰਥੀ ਚੰਦ ਨੇ ਚੜ੍ਹਾ ਕੇ ਲਿਆਂਦਾ। ਸਤਿਗੁਰੂ ਸਾਹਿਬ ਜੀ ਛੱਡ ਕੇ ਗੁਰੂ ਕੀ ਵਡਾਲੀ ਅਸਥਾਨ ਜਿਹੜਾ ਇੱਥੇ ਚਲੇ ਗਏ। ਤੋ ਸੁਲਹੀ ਖਾਨ ਪਿਰਥੀ ਚੰਦ ਨੂੰ ਜਦੋਂ ਆ ਕੇ ਮਿਲਦਾ ਹੈ, ਦੇਖਦਾ ਵੀ ਗੁਰਦਰਬਾਰ ਖਾਲੀ ਪਿਆ, ਇੱਥੇ ਤਾਂ ਕੋਈ ਹੈ ਹੀ ਨਹੀਂ। ਪਿਰਥੀ ਚੰਦ ਬੜਾ ਖੁਸ਼ ਹੋ ਕੇ ਦੱਸਦਾ ਵੀ ਸੁਲਹੀ ਖਾਨ ਆ ਤੇਰੇ ਡਰ ਤੋਂ ਡਰਦਾ ਹੋਇਆ ਮੇਰਾ ਭਰਾ ਗੁਰੂ ਅਰਜਨ ਦੇਵ ਸੰਗਤਾਂ ਸਮੇਤ ਛੱਡ ਕੇ ਹੀ ਭੱਜ ਗਿਆ ਅੰਮ੍ਰਿਤਸਰ ਸਾਹਿਬ ਨੂੰ। ਤੋ ਸੁਲਹੀ ਖਾਨ ਭਰੋਸਾ ਦਿਵਾਉਂਦਾ ਬਈ ਜਿੱਥੇ ਵੀ ਲੁਕਿਆ ਹੋਵੇਗਾ ਤੇਰਾ ਦੁਸ਼ਮਣ ਹੈ, ਮੈਂ ਤੇਰਾ ਮਿੱਤਰ ਹੈ, ਤੈਨੂੰ ਸੁਖੀ ਕਰਨ ਵਾਸਤੇ ਲੱਭ ਕੇ ਮਾਰ ਕੇ ਖਪਾ ਦਿਆਂਗਾ। ਪਰ ਸਾਧ ਸੰਗਤ ਜੀ ਇਹ ਵਾਪਸ ਚਲਿਆ ਗਿਆ। ਇੱਧਰ ਫਿਰ ਕਈ ਮਹੀਨੇ ਸਤਿਗੁਰੂ ਸਾਹਿਬ ਜੀ 1 ਸਾਲ ਦੇ ਕਰੀਬ ਵਡਾਲੀ ਵਿਖੇ ਰਹੇ, ਜਿਹਨੂੰ ਗੁਰੂ ਕੇ ਨਿਵਾਸ ਕਰਕੇ ਆਪਾਂ ਗੁਰੂ ਕੀ ਵਡਾਲੀ ਕਹਿੰਦੇ ਹਾਂ। ਇੱਥੇ ਸਾਧ ਸੰਗਤ ਜੀ ਫਿਰ ਅੱਜ ਦੇ ਦਿਨ ਹਾੜ ਦੀ ਏਕਮਬਦੀ ਨੂੰ 1652 ਬਿਕਰਮੀ ਤੇ ਸੰਮਤ ਜੀ ਦਾ 1595 ਬਣਦਾ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਮਾਤਾ ਗੰਗਾ ਜੀ ਦੀ ਕੁੱਖੋਂ ਹੋਇਆ। ਸੋ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਦੇ ਇਸ ਪ੍ਰਕਾਸ਼ ਦਿਹਾੜੇ ਦੀਆਂ ਅਵਤਾਰ ਦਿਵਸ ਦੀਆਂ ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਸਤਿਗੁਰੂ ਕਿਰਪਾ ਕਰਨ, ਸਭ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਦੀ ਬਖਸ਼ਿਸ਼ ਕਰਨ। ਸਤਿਗੁਰੂ ਸਾਹਿਬ ਜੀ ਦਾ ਅਵਤਾਰ ਹੋਇਆ, ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਅੰਮ੍ਰਿਤਸਰ ਸਾਹਿਬ ਤੋਂ ਵੀ ਚੱਲ ਕੇ ਸੰਗਤਾਂ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚੀਆਂ। ਤੇ ਇੱਕ ਮੈਂ ਹੋਰ ਬੇਨਤੀ ਕਰ ਦੇਵਾਂ, ਜਿਹੜਾ ਮੈਂ ਸੰਮਤ ਬੋਲਿਆ, ਕਿਉਂਕਿ ਸਾਡੀਆਂ ਇਤਿਹਾਸਕ ਤਰੀਕਾਂ ਜਿਹੜੀਆਂ ਉਹ ਸਾਧ ਸੰਗਤ ਜੀ ਸੰਮਤ ਦੇ ਵਿੱਚ ਹੀ ਲਿਖੀਆਂ ਮਿਲਦੀਆਂ। ਔਰ ਜਦੋਂ ਆਪਾਂ ਉਹਨਾਂ ਦਾ ਈਸਵੀ ਸਨ ਬਣਾਉਣਾ ਹੋਵੇ ਤੇ 57 ਵਰੇ ਸਾਧ ਸੰਗਤ ਜੀ ਬਿਕਰਮੀ ਸੰਮਤ ਦੇ ਵਿੱਚੋਂ ਈਸਵੀ ਸਨ ਬਣਾਉਣ ਵਾਸਤੇ ਘਟਾ ਲਏ ਜਾਂਦੇ ਆ, ਤੇ ਉਹ ਫਿਰ ਤਕਰੀਬਨ ਉਹ ਸਾਲ ਆ ਜਾਂਦਾ। 1595 ਈਸਵੀ ਸਨ ਦੇ ਵਿੱਚ 57 ਜੋੜਾਂਗੇ ਤੇ 1652 ਹੀ ਬਣੇਗਾ। 1652 ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਆਗਮਨ ਹੋਇਆ, ਬਹੁਤ ਖੁਸ਼ੀਆਂ ਮਨਾਈਆਂ ਗਈਆਂ। ਸਤਿਗੁਰੂ ਸੱਚੇ ਪਾਤਸ਼ਾਹ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੇਅੰਤ ਗੁਰੂ ਕੀ ਬਾਣੀ ਦੇ ਸ਼ਬਦ ਉਚਾਰਨ ਕੀਤੇ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ ਇਤਿਆਦਿਕ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇੱਧਰ ਸਾਧ ਸੰਗਤ ਜੀ ਜਦੋਂ ਪਿਰਥੀ ਚੰਦ ਨੂੰ ਉਹਦੀ ਘਰਵਾਲੀ ਬੀਬੀ ਕਰਮੋ ਨੂੰ ਪਤਾ ਲੱਗਾ ਵੀ ਸਾਡੇ ਸ਼ਰੀਕਾਂ ਦੇ ਘਰ ਬਾਲਕ ਜੰਮ ਪਿਆ, ਉਹ ਤਾਂ ਬੜੀਆਂ ਉਮੀਦਾਂ ਲਾਈ ਬੈਠੇ ਸਨ ਕਿ ਸਭ ਕੁਝ ਸਾਡੇ ਪੁੱਤਰ ਮਿਹਰਬਾਨ ਨੂੰ ਮਿਲ ਜਾਣਾ। ਆਸਾਂ ਤੇ ਪਾਣੀ ਫਿਰ ਗਿਆ। ਘਰਵਾਲੀ ਨੇ ਫਿਰ ਸਾਧ ਸੰਗਤ ਜੀ ਰੌਲਾ ਪਾ ਲਿਆ। ਬਾਬੇ ਪਿਰਥੀ ਚੰਦ ਨੂੰ ਕਹਿੰਦੀ ਵੀ ਤੂੰ ਤਾਂ ਕਹਿੰਦਾ ਸੀ ਸਾਡਾ ਪੁੱਤਰ ਵਾਰਸ ਬਣੇਗਾ, ਉਹਨਾਂ ਦੇ ਘਰ ਤਾਂ ਪੁੱਤਰ ਜੰਮ ਪਿਆ, ਹੁਣ ਸਾਡੇ ਪੁੱਤਰ ਤਾਂ ਹੀ ਕਿਉਂ ਦੇਣਗੇ ਕੁਝ। ਤੋ ਸਾਧ ਸੰਗਤ ਜੀ ਉਸ ਵੇਲੇ ਬਾਬਾ ਪਿਰਥੀ ਚੰਦ ਜੀ ਨੇ ਮਨ ਦੇ ਵਿੱਚ ਸੋਚਿਆ ਵੀ ਮੈਂ ਇਹਨਾਂ ਦੇ ਪੁੱਤਰ ਨੂੰ ਜਿਉਣ ਨਹੀਂ ਦੇਵਾਂਗਾ। ਕਹਿੰਦੇ ਕਰਮੋ ਤੂੰ ਫਿਕਰ ਨਾ ਕਰ, ਇਹਨਾਂ ਦਾ ਪੁੱਤਰ ਜਵਾਨੀਆਂ ਨਹੀਂ ਮਾਣ ਸਕੇਗਾ, ਪਹਿਲਾਂ ਹੀ ਖਤਮ ਕਰ ਦੇਵਾਂਗਾ ਬਚਪਨ ਦੀ ਅਵਸਥਾ ਵਿੱਚ। ਫਿਰ ਬਾਬੇ ਪਿਰਥੀ ਚੰਦ ਨੇ ਸਾਧ ਸੰਗਤ ਜੀ ਬੜੇ ਤਰ੍ਹਾਂ ਦੇ ਯਤਨ ਸਤਿਗੁਰੂ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਖਤਮ ਕਰਨ ਦੇ ਕੀਤੇ। 40 ਦਿਨਾਂ ਦੇ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਹੋਏ ਆ। ਬਾਬਾ ਬੁੱਢਾ ਸਾਹਿਬ ਜੀ ਨੇ ਮੁਖਵਾਕ ਲੈ ਕੇ ਉਹਨਾਂ ਦਾ ਨਾਮ ਰੱਖਿਆ। ਬੇਅੰਤ ਸੰਗਤਾਂ ਜਿੱਥੇ ਵਧਾਈਆਂ ਦਿੰਦੇ ਆ, ਇੱਥੇ ਇਹ ਬੜੇ ਦੁਖੀ ਹੋਏ ਆ। ਇਹਨਾਂ ਨੇ ਸਾਧ ਸੰਗਤ ਜੀ ਇੱਕ ਦਾਈ ਨੂੰ ਹਾਇਰ ਕੀਤਾ, ਭਾੜੇ ਦੇ ਉੱਤੇ ਕਿਰਾਏ ਦੇ ਉੱਤੇ ਵੀ ਤੈਨੂੰ ਬਹੁਤ ਧਨ ਦੇਵਾਂਗੇ, ਪਰ ਤੂੰ ਕਿਸੇ ਤਰੀਕੇ ਜਾ ਕੇ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਨੂੰ ਖਤਮ ਕਰਨਾ। ਤਾਂ ਇਹ ਆਪਣੇ ਅਸਥਾਨਾਂ ਦੇ ਉੱਤੇ ਜ਼ਹਿਰ ਲਾ ਕੇ ਗਈ। ਇੱਧਰ 2 ਦਿਨ ਪਹਿਲਾਂ ਹੀ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਨੇ ਦੁੱਧ ਚੁੰਘਣਾ ਛੱਡ ਦਿੱਤਾ। ਮਾਤਾ ਨੂੰ ਬੜੀ ਪਰੇਸ਼ਾਨੀ ਹੋਈ, ਬੜੀ ਮੁਸ਼ਕਲ ਕਿ ਸਾਹਿਬਜ਼ਾਦਾ ਦੁੱਧ ਨਹੀਂ ਚੁੰਘ ਰਿਹਾ। ਮਾਵਾਂ ਨੂੰ ਫਿਕਰ ਹੋ ਹੀ ਜਾਂਦਾ ਬਾਲਕ ਠੀਕ ਨਾ ਹੋਵੇ, ਪਤਾ ਨਹੀਂ ਇਹਦੀ ਸਿਹਤ ਠੀਕ ਹੈ ਕਿ ਨਹੀਂ, ਇਹ ਕਿਹੜਾ ਬੋਲ ਕੇ ਦੱਸ ਸਕਦਾ। ਇਉਂ ਸਾਧ ਸੰਗਤ ਜੀ ਕਰਦਿਆਂ ਜਦੋਂ ਬਹੁਤ ਸਾਰੀਆਂ ਔਰਤਾਂ ਇਕੱਠੀਆਂ ਹੋਈਆਂ, ਬੀਬੀਆਂ ਇਕੱਠੀਆਂ ਹੋਈਆਂ, ਮਾਤਾ ਜੀ ਨੇ ਸਾਰੀ ਆਪਣੀ ਮੁਸ਼ਕਲ ਉਹਨਾਂ ਕੋਲ ਦੱਸੀ। ਇਹ ਦਾਈ ਵੀ ਜਾ ਪਹੁੰਚੀ। ਇਹਨੇ ਸਾਧ ਸੰਗਤ ਜੀ ਕੀ ਕੀਤਾ, ਆਖਿਆ
कि मेरे हत्थां विच बड़े बालक पैदा होए है ते मैनू कुदरती ये बख्शिश है भी जिहड़ा बालक एक वारी मेरा दुੱਧ चुंघ लए ना सारी उम्र ਉਹਨੂੰ कदे कोई बीमारी नहीं लगती। माता जी ने जानिया भी पुत्र नूं ठीक तां करना चाहिदा, आप अपने हत्थी ਇਹ ਦਾਈ ਨੂੰ ਫੜਾ ਦਿੱਤਾ। ਹੁਣ माता नूं तां पता नहीं ਉਹਦੇ ਮਨ ਵਿੱਚ ਕੀ ਆ। ਇਹਨੇ ਪਾਸੇ ਨੂੰ ਜਾ ਕੇ ਸਾਧ ਸੰਗਤ ਜੀ ਕੁਝ ਪਰਦਾ ਕਰਕੇ ਆਪਣੇ ਆਸਥਨ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਦੇ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਜਿਹੜੇ ਭਾਰੀ ਗੁਰੂ ਹੈ, ਦੇਹ ਭਾਵੇਂ ਛੋਟੀ ਹੈ ਪਰ ਸ਼ਕਤੀ ਤਾਂ ਨਹੀਂ ਘਟਿਆ ਕਰਦੀ ਨਾ ਦੇਹਾਂ ਦੇ ਨਾਲ। ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਨੇ ਇੱਕ ਹੱਥ ਤਾਂ ਪਿਛਾਂਹ ਦੀ ਇਹਦੀ ਗੁੱਤ ਨੂੰ ਪਾਇਆ, ਜ਼ੋਰ ਨਾਲ ਖਿੱਚੀ, ਤੇ ਆਪਣੇ ਦੂਜੇ ਹੱਥ ਦੇ ਨਾਲ ਅਸਥਨਾ ਨੂੰ ਇੰਨੀ ਜ਼ੋਰ ਦੇ ਨਾਲ ਦਬਾਇਆ ਇਹਦੇ ਪ੍ਰਾਣ ਕੱਢ ਕੇ ਰੱਖ ਦਿੱਤੇ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਧਰਤੀ ਦੇ ਉੱਤੇ ਡਿੱਗ ਪਈ। ਸਾਰੇ ਹੈਰਾਨ ਵੀ ਆਹ ਕੀ ਹੋਇਆ। ਉਸ ਵੇਲੇ ਦੀ ਆਤਮਾ ਨਿਕਲੀ, ਜਾਂਦਿਆਂ ਜਾਂਦਿਆਂ ਦੱਸ ਗਈ, ਮਾਤਾ ਜੀ ਮੈਂ ਆਹ ਕੁਕਰਮ ਕਰਨ ਬਾਬਾ ਪਿਰਥੀ ਚੰਦ ਦੇ ਕਹਿਣ ਤੇ ਆਈ ਸੀ, ਪਰ ਮੈਨੂੰ ਬਖਸ਼ ਲਓ। ਮੈਂ ਹੁਣ ਗੁਰੂ ਕੇ ਹੱਥੋਂ ਮੇਰੇ ਪ੍ਰਾਣ ਨਿਕਲੇ ਆ, ਇਸ ਕਰਕੇ ਸੱਚਖੰਡ ਨੂੰ ਜਾ ਰਹੀ ਹੈ। ਬੜਾ ਰੌਲਾ ਰੱਪਾ ਪਿਆ, ਲੋਕਾਂ ਨੇ ਬਾਬਾ ਪਿਰਥੀ ਚੰਦ ਨੂੰ ਵੀ ਬੁਰਾ ਭਲਾ ਕਿਹਾ, ਪਰ ਉਹਨੇ ਕਿਹਾ ਵੀ ਐਵੇਂ ਮੇਰੀ ਬਦਨਾਮੀ ਕਰਨ ਵਾਸਤੇ ਮੇਰੀਆਂ ਗੱਲਾਂ ਬਣਾਉਂਦੇ ਆ। ਇਸ ਤੋਂ ਬਾਅਦ ਸਾਧ ਸੰਗਤ ਜੀ ਇੱਕ ਵਾਰੀ ਸੱਪ ਨੂੰ ਵੀ ਛੱਡਿਆ ਗਿਆ ਸਪੇਰੇ ਦੇ ਰਾਹੀਂ, ਉਹਨੂੰ ਪੈਸੇ ਦੇ ਕੇ। ਜ਼ਹਿਰੀਲਾ ਨਾਗ ਸਤਿਗੁਰੂ ਸਾਹਿਬ ਜੀ ਨੇ ਆਪਣੇ ਹੱਥਾਂ ਵਿੱਚ ਫੜ ਕੇ ਘੁੱਟ ਕੇ ਉਹਦੀ ਵੀ ਕਲਿਆਣ ਕਰ ਦਿੱਤੀ। ਇਸੇ ਤਰ੍ਹਾਂ ਇੱਕ ਵਾਰੀ ਬ੍ਰਾਹਮਣ ਭੇਜਿਆ, ਦਹੀਂ ਦੇ ਵਿੱਚ ਉਹਨੇ ਜ਼ਹਿਰ ਮਿਲਾ ਕੇ ਸਤਿਗੁਰੂ ਜੀ ਨੂੰ ਜ਼ਬਰਦਸਤੀ ਖਿਲਾਉਣਾ ਚਾਹਿਆ, ਪਰ ਸਤਿਗੁਰੂ ਜੀ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਜਿਸ ਵੇਲੇ ਮਾਤਾ ਜੀ ਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪਤਾ ਲੱਗਿਆ ਤੇ ਉਹ ਸਤਿਗੁਰੂ ਜੀ ਨੇ ਜਾਣ ਲਿਆ ਕਿ ਦਹੀਂ ਦੇ ਵਿੱਚ ਕੁਝ ਖੋਟ ਹੋਣਾ। ਸਾਹਿਬਜ਼ਾਦੇ ਨੇ ਪਹਿਲਾਂ ਤਾਂ ਕਦੇ ਐਵੇਂ ਕੀਤਾ ਨਹੀਂ। ਉਸ ਵੇਲੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਨਾ ਹਮੇਸ਼ਾ ਪਲੰਘੇ ਦੇ ਥੱਲੇ ਇੱਕ ਇਹਨਾਂ ਦਾ ਪਾਲਤੂ ਵਫਾਦਾਰ ਕੁੱਤਾ ਸੀ, ਜਿਹਨੂੰ ਪਿਸਤਾ ਕੁੱਤਾ ਕਹਿੰਦੇ ਆ। ਉਹ ਸਾਧ ਸੰਗਤ ਜੀ ਨੇੜੇ ਸੀ। ਸਤਿਗੁਰੂ ਜੀ ਨੇ ਪਰਖ ਕਰਨ ਹਿੱਤ ਉਹ ਦਹੀਂ ਕੁੱਤੇ ਦੇ ਅੱਗੇ ਰੱਖ ਦਿੱਤਾ। ਕੁੱਤੇ ਨੇ ਸਿਰ ਫੇਰ ਦਿੱਤਾ, ਮਹਾਰਾਜ ਛਕਣ ਯੋਗ ਨਹੀਂ ਹੈ। ਪਰ ਸਤਿਗੁਰੂ ਨੇ ਆਖਿਆ ਪਰਖ ਕਿੱਦਾਂ ਹੋਏਗੀ? ਕਹਿੰਦੇ ਤੇਰੀ ਕਲਿਆਣ ਹੋਏਗੀ, ਛਕ ਲੈ ਸਤ ਬਚਨ ਕਰਕੇ। ਕੁੱਤੇ ਨੇ ਛਕਿਆ। ਇੱਕ ਘੜੀ ਦੇ ਵਿੱਚ ਉਹ ਚੜ੍ਹਾਈ ਕਰ ਗਿਆ, ਪਤਾ ਲੱਗ ਗਿਆ। ਉਸੇ ਵੇਲੇ ਫੜ ਲਿਆ ਲੋਕਾਂ ਨੇ ਉਹ ਬ੍ਰਾਹਮਣ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਛੱਡ ਦਿਓ, ਇਹ ਆਪਣੀ ਆਈ ਆਪੇ ਮਰ ਜਾਏਗਾ। ਇਹਦੇ ਬ੍ਰਾਹਮਣ ਦੇ ਪੇਟ ਵਿੱਚ ਐਸਾ ਸੂਲ ਉੱਠਿਆ, ਉੱਥੇ ਹੀ ਤੜਪ ਤੜਪ ਕੇ ਇਹਦੀ ਜਾਨ ਚਲੇਗੀ। ਗੁਰਬਾਣੀ ਵਿੱਚ ਵੀ ਬਚਨ ਆਉਂਦੇ ਆ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਸੂਲ ਦੇ ਨਾਲ ਪੇਟ ਦਰਦ ਦੇ ਨਾਲ ਇਹਦੀ ਮੌਤ ਹੋਈ। ਪਰ ਫਿਰ ਗੁਰੂ ਕੇ ਸਾਧ ਸੰਗਤ ਜੀ ਇੰਨੇ ਨਰਮ ਦੇ ਲੈ, ਇੰਨੇ ਦਇਆਵਾਨ, ਉਹ ਬ੍ਰਾਹਮਣ ਨੂੰ ਸਤਿਗੁਰੂ ਸਾਹਿਬ ਜੀ ਨੇ ਦੁਬਾਰਾ ਜਿੰਦਾ ਕਰ ਦਿੱਤਾ ਸੀ। ਇਉਂ ਸਤਿਗੁਰੂ ਸਾਹਿਬ ਜੀ ਦੇ ਬਚਪਨ ਦੀਆਂ ਇਹ ਅਨੇਕਾਂ ਸਾਖੀਆਂ ਜੇ ਵਿਚਾਰੀਏ ਤੇ ਬਹੁਤ ਲੰਮਾ ਚੌੜਾ ਸਮਾਂ ਚਾਹੀਦਾ। ਤੋ ਸੀਮਤ ਜੇ ਸਮੇਂ ਦੇ ਵਿੱਚ ਆਪ ਜੀ ਦੇ ਚਰਨਾਂ ਦੇ ਵਿੱਚ ਇਹ ਬੇਨਤੀਆਂ ਕੀਤੀਆਂ। ਐਸੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਸ ਭਾਈ ਗੁਰਦਾਸ ਜੀ ਨੇ ਅੱਖੀ ਉਹਨਾਂ ਦੇ ਦਰਸ਼ਨ ਕੀਤੇ, ਆਪ ਸਾਰੇ ਕੌਤਕਾਂ ਨੂੰ ਦੇਖ ਕੇ ਆਪਣੀਆਂ ਵਾਰਾਂ ਦੇ ਵਿੱਚ ਇਹ ਲਿਖ ਦਿੱਤਾ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ। ਪੰਜ ਪੀਰ ਪੰਜ ਗੁਰੂ ਸਾਹਿਬਾਨ ਹੋਏ, ਔਰ ਉਹਨਾਂ ਨੇ ਪੰਜਾਂ ਨਹੀਂ ਪੰਜ ਪਿਆਲੇ ਹੱਥਾਂ ਵਿੱਚ ਫੜ ਕੇ ਗੁਰੂ ਦੀਆਂ ਸੰਗਤਾਂ ਨੂੰ ਛਕਾਏ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ 7 ਦੇ ਪਿਆਲੇ ਛਕਾਏ, 7 ਦੇ ਸੱਚ ਵਰਤੀ ਸੰਗਤਾਂ ਨੂੰ ਬਣਾਇਆ, 7 ਦਾ ਬੋਲਬਾਲਾ ਕੀਤਾ। ਔਰ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਤੋਖ ਦਾ ਪਿਆਲਾ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਦਇਆ ਦਾ ਪਿਆਲਾ ਫੜ ਕੇ ਸਿੱਖਾਂ ਤਾਈਂ ਪਿਆਇਆ। ਇੰਨੇ ਦਇਆਵਾਨ। ਬੌਲੀ ਸਾਹਿਬ ਰਚ ਦਿੱਤੀ, ਜਪਜੀ ਸਾਹਿਬ ਕੰਠ ਕਰੋ ਗੁਰੂ ਕੇ ਸਿੱਖੋ। ਇੱਕ ਇੱਕ ਪੌੜੀ ਦੇ ਉੱਤੇ 84 ਪਾਠ ਕਰ ਦਿਓ, 84 ਕੱਟੀ ਜਾਏਗੀ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਐਸੇ ਦਇਆਵਾਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ। ਸਤ ਸੰਤੋਖ ਦਇਆ ਧੀਰਜ ਧਰਮ, ਧਰਮ ਦਾ ਬੋਲਬਾਲਾ ਧਰਮ ਦਾ ਪਿਆਲਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ, ਕਿੰਨੀ ਦਇਆ। ਸਾਧ ਸੰਗਤ ਜੀ ਕਿੰਨੇ ਖੇਮਾ, ਕਿੰਨੇ ਵਿਚਾਰਵਾਨ। ਸਤਿਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਤਤੀਆਂ ਤਵੀਆਂ ਦੇ ਉੱਤੇ ਬਿਠਾਉਣ ਵਾਲਿਆਂ ਨੂੰ ਵੀ ਖਿਮਾ ਕੀਤੀ। ਫਿਰ ਵੀ ਆਖਿਆ ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਉਸ ਤੋਂ ਬਾਅਦ 6ਵੇਂ ਜਾਮੇ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪ੍ਰੇਮ ਦੀ ਸਿੱਖੀ ਦੇ ਨਾਲ ਨਾਲ ਸਿਦਕ ਦੀ ਸਿੱਖੀ, ਮੀਰੀ ਅਤੇ ਪੀਰੀ, ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ, ਮਾਲਾ ਅਤੇ ਕਿਰਪਾਨ ਦਾ ਸੰਗਮ,
ਗੁਰੂ ਕੀਆਂ ਸੰਗਤਾਂ ਨੂੰ ਬਖਸ਼ਿਆ। ਐਸੇ ਸਤਿਗੁਰੂ ਜੀ ਦੇ ਅਵਤਾਰ ਦਿਹਾੜੇ ਦੀਆਂ ਇੱਕ ਵਾਰ ਫੇਰ ਵਧਾਈਆਂ ਦਿੰਦਾ ਹੋਇਆ ਦਾਸ ਇੱਥੇ ਵਿਚਾਰਾਂ ਨੂੰ ਵਿਸ਼ਰਾਮ ਦਿੰਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਰੇ ਸੰਗਤ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।